ਕਰਤਾ ਪੁਰਖ ਨਿਰਭਉ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਹਮ ਅਬ ਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੁਲੇ ਸੋਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸਾ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖਹੁ ਸਰਨਾਈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ। ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨ ਸਕੋ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨ ਸਕੋ। ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਨਿਤ ਨਾ ਪਵੈ ਅਸੰਖ ਗੁਣ। ਊਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆ। ਮਿਲੈ ਨਿਥਾਵੇ ਥਾਉ ਛੰਤ। ਦੂਸਰ ਨਾਹੀ ਠਾਓ ਕਾ ਪਹਿ ਜਾਈਐ। ਆਠ ਪਹਿਰ ਕਰ ਜੋੜ
ਸੋ ਪ੍ਰਭੁ ਧਿਆਈਐ। ਧਿਆਏ ਸੋ ਪ੍ਰਭੁ ਸਦਾ ਆਪਣਾ, ਮਨਹਿ ਚਿੰਦਿਆ ਪਾਈਐ। ਤਜ ਮਾਨ ਮੋਹ ਬੇਕਾਰ ਦੂਜਾ, ਏਕ ਸ਼ੋਲਿ ਬੁਲਾਈਐ। ਅਪਰ ਮਨ ਤਨ ਪ੍ਰਭ ਆਗੈ, ਆਪ ਸਗਲ ਮਿਟਾਈਐ। ਬਿਨਵੰਤ ਨਾਨਕ ਤਾਰ ਕਿਰਪਾ, ਸਾਚ ਨਾਮ ਸਮਾਈਐ। ਨਿਰਤ ਨਾ ਪਵੈ ਅਸੰਖ ਗੁਣ, ਊਚਾ ਪ੍ਰਭ ਕਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਹਾਲਤ ਪਲਤ ਕੇ ਰਾਖੇ। ਚਾਵਰ ਛਤਰ ਤਖਤਾਂ ਜੀ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਇਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜੁਗੋ ਜੁਗ ਅਟਲ। ਐਥੈ ਓਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਮਿਲ ਕੇ ਬੈਠੇ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਵਰਤੀ ਹੈ। ਸਤਿਗੁਰੂ ਜੀ ਆਪਣੇ ਤਖਤਾਂ ਸਾਹਿਬਾਨਾਂ ਤੇ ਬਿਰਾਜਮਾਨ ਹੋ ਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਨੇ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਗੁਰਮੁਖ ਪਿਆਰਿਓ, ਜੋ ਕਥਾ ਵਿਚਾਰ ਹੈ, ਸਤਿਗੁਰੂ ਜੀ ਦੇ ਗੁਣਾਂ ਨੂੰ ਵਿਚਾਰਨਾ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਵਿਚਾਰਨਾ, ਇਸ ਦੇ ਨਾਲ ਹੀ ਇਹ ਸੰਸਾਰ ਰੂਪੀ ਸਮੁੰਦਰ ਤੋਂ ਤਰਿਆ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਨੇ। ਦੀਵਾਨਾਂ ਅੰਦਰ ਪੰਜਾਂ ਗੁਰਬਾਣੀਆਂ ਦਾ ਨਿਤਨੇਮ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਆਵਹੁ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਅਜਿਹੀ ਗੁਰਬਾਣੀ ਜੋ ਗੁਰਮੁਖ ਪਿਆਰਿਓ ਇਸ ਮਨੁੱਖ ਦੀਆਂ ਹਰੇਕ ਇੱਛਾ ਨੂੰ ਪੂਰੀ ਕਰਨ ਵਾਲੀ ਹੈ। ਦੁਖ ਰੋਗ ਬਿਨਸੇ ਪੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਊਚ ਤਾਗੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਣੀ। ਸੁੱਖਾਂ ਦੀ ਮਣੀ, ਸੁੱਖਾਂ ਨੂੰ ਦੇਣ ਵਾਲੀ ਗੁਰਬਾਣੀ। ਪੰਜਾਂ ਗੁਰਬਾਣੀਆਂ ਦੇ ਨਿਤਨੇਮ ਆਪ ਜੀ ਨੇ ਸ਼ਰਵਣ ਕੀਤੇ। ਉਸ ਤੋਂ ਉਪਰੰਤ ਸ੍ਰੀ ਸੁਖਮਨੀ ਸਾਹਿਬ ਗੁਰਬਾਣੀ ਦਾ ਜਾਪ ਕੀਤਾ ਗਿਆ। ਗੁਰੂ ਘਰ ਦੇ ਰਾਗੀ ਸਿੰਘਾਂ ਦੇ ਪਾਸੋਂ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਮ੍ਰਿਤ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੁਝ ਕੁ ਸਕਿਆਂ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰਮੁਖ ਪਿਆਰੋ, ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਗਾਥਾ ਗੂੜ ਅਪਾਰੰ ਸਭ ਜਨੰ ਵਿਰਲਾ ਜਨਾ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਕਰੀਏ। ਆਪਣਾ ਇਸ ਸੰਸਾਰ ਰੂਪੀ ਸਮੁੰਦਰ 'ਚ ਆਇਆ, ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਜਾਣਾ ਕਰੀਏ। ਸਤਿਗੁਰੂ ਜੀ ਦੀ ਗੁਰਬਾਣੀ ਦੀ ਇੰਨੀ ਵਡਿਆਈ ਹੈ ਗੁਰਮੁਖ ਪਿਆਰਿਓ, ਜੋ ਇਸ ਗੁਰਬਾਣੀ ਨੂੰ ਪੜ੍ਹਦਾ ਹੈ ਸਿਮਰਦਾ ਹੈ, ਉਹ ਸੰਸਾਰ ਦੇ ਵਿੱਚ ਜਿੰਦਾ ਹੀ ਮੁਕਤ ਹੋ ਜਾਂਦਾ ਹੈ। ਸਤਿਗੁਰ ਕੀ ਵੱਡੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਪਰਿਵਾਰ ਦੇ ਵਿੱਚ ਰਹਿੰਦਾ ਹੀ ਉਹ ਜੀ ਮੁਕਤ ਹੋ ਜਾਂਦਾ, ਜਿਹੜਾ ਸਤਿਗੁਰੂ ਜੀ ਦਾ ਆਸਰਾ ਲੈਂਦਾ ਹੈ। ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ, ਜਿਸ ਅੰਮ੍ਰਿਤ ਸੁਖ ਹੋਏ ਸਗਲੇ ਦੁਖ ਜਾਹੇ। ਜਿਸ ਨੂੰ ਸਿਮਰਨ ਦੇ ਨਾਲ ਦੁੱਖ ਕਲੇਸ਼ਾਂ ਤੋਂ ਮਨੁੱਖ ਦੀ ਨਿਵਰਤੀ ਹੋ ਜਾਂਦੀ ਹੈ। ਅਜਿਹਾ ਅਮੋਲਕ ਨਾਮ ਜਿਸ ਦਾ ਕੋਈ ਮੁੱਲ ਨਹੀਂ ਪਾ ਸਕਦਾ। ਸਾਈ ਨਾਮ ਅਮੋਲ ਕੀਮਨਾ ਜਾਣ ਦੋ, ਜਿਨ੍ਹਾਂ ਪਾਗ ਮਥਾਏ ਸੇ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਸਤਿਗੁਰ ਮਹਾਰਾਜ ਜੀ ਨੇ ਅੰਤःਕਰਨ ਮਸਤਕ ਤੇ ਸਤਿਗੁਰ ਮਹਾਰਾਜ ਜੀ ਨੇ ਸ੍ਰੇਸ਼ਟ ਕਰਮ ਲਿਖੇ ਸਨ, ਉਹਨਾਂ ਨੂੰ ਹੀ ਸਤਿਗੁਰ ਮਹਾਰਾਜ ਜੀ ਦੀ ਵਡਿਆਈ ਕਰਦਾ, ਸਤਿਗੁਰ ਮਹਾਰਾਜ ਜੀ ਦੀ ਸ਼ੋਭਾ ਕਰਦਾ, ਮਹਿਮਾ ਕਰਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਆਓ ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਪਾਂ ਸਤਿਗੁਰ ਮਹਾਰਾਜ ਜੀ ਦੀ ਵਡਿਆਈ ਕਰੀਏ। ਜਿੱਥੇ ਆਪਾਂ ਤਨ ਕਰਕੇ ਵਿਰਾਜੇ ਹਾਂ, ਉੱਥੇ ਆਪਾਂ ਮਨ ਨੂੰ ਟਿਕਾਉਣ ਦਾ ਯਤਨ ਕਰੀਏ। ਆਓ ਸਾਰੀ ਗੱਜ ਕੇ ਆਖੀਏ, ਕੋਈ ਰਸਨਾ ਬਾਂਝੀ ਨਾ ਰਵੇ। ਆਓ ਸਾਰੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਨਿਰਤ ਨਾ ਪਵੈ ਅਸੰਖ ਗੁਣ, ਊਚਾ ਪ੍ਰਭ ਕਾ ਨਾਉ। ਸਤਿਗੁਰੂ ਜੀ ਫਰਮਾਉਂਦੇ ਨੇ ਸ਼ਲੋਕ ਦੇ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਜੀ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਨੇ ਗੁਣ ਨੇ ਕਿ ਕਹੇ ਨਹੀਂ ਜਾ ਸਕਦੇ। ਜਿਹਬਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੂ ਅੰਤ ਨਾ ਕਿਨਹੀ ਲਹੀਐ। ਕਿ ਸਤਿਗੁਰ ਮਹਾਰਾਜ ਜੀ ਸਾਡੀ ਰਸਨਾ ਤਾਂ ਇੱਕ ਹੈ, ਜਿਹੇ ਜੀਵ ਤਾਂ ਇੱਕ ਹੈ। ਤੁਹਾਡੇ ਬਹੁਤੇ ਜ਼ਿਆਦਾ ਗੁਣ ਨੇ, ਕਿਹੜੇ ਕਿਹੜੇ ਤੁਹਾਡੇ ਗੁਣਾਂ ਨੂੰ ਗਾਉਣਾ ਕਰੀਏ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਕਿ ਤੁਹਾਡੀ ਸਤਿਗੁਰੂ ਜੀ ਵਡਿਆਈ ਕਹੀ ਨਹੀਂ ਜਾ ਸਕਦੀ। ਇਤਨੇ ਗੁਣ ਨੇ ਤੁਹਾਡੇ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਨ੍ਹਾਂ ਨੇ ਸਤਿਗੁਰ ਮਹਾਰਾਜ ਜੀ ਦੇ ਗੁਣ ਗਾਏ, ਸਤਿਗੁਰੂ ਜੀ ਦੇ ਗੁਣ ਗਾਏ, ਉਹ ਸਤਿਗੁਰ ਮਹਾਰਾਜ ਜੀ ਦੇ ਵਿੱਚ ਹੀ ਸਮਾ ਗਏ ਨੇ। ਗੁਰਮੁਖ ਪਿਆਰਿਓ, ਕਿਸ ਤਰ੍ਹਾਂ ਸਤਿਗੁਰ ਮਹਾਰਾਜ ਜੀ ਦੇ ਨਾਲ ਲਿਵ ਜੁੜਦੀ ਹੈ, ਤੇ ਫਿਰ ਇਸ ਤਰ੍ਹਾਂ ਦੀ ਲਿਵ ਜੁੜਦੀ ਹੈ ਕਿ ਸੰਸਾਰ ਤੋਂ ਮਨੁੱਖ ਸੰਸਾਰ ਦੇ ਵਿਸ਼ੇ ਵਿਕਾਰਾਂ ਵੱਲੋਂ, ਸੰਸਾਰ ਦੇ ਰਸਾਂ ਕਸਾਂ ਤੋਂ ਨਿਵਿਰਤ ਹੋ ਜਾਂਦਾ ਹੈ।
ਜਿੰਨੇ ਵੀ ਸੰਸਾਰਕ ਰਸ ਨੇ, ਖਾਣ ਦਾ ਰਸ, ਪਹਿਨਣ ਦਾ ਰਸ, ਰਸ ਸੋਹਿਨਾ, ਰਸ ਰੂਪਾ, ਰਸ ਪਰਮਲ ਕੀ ਬਾਸ, ਰਸ ਘੋੜੀ, ਰਸ ਸੇਜਾ ਮੰਦਰ, ਮਾਸ ਦਾ ਰਸ, ਇਸ ਤਰ੍ਹਾਂ ਦੇ ਰਸ ਨੇ। ਜਦੋਂ ਫਿਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ, ਧਿਆਇਆ ਧਿਆਇਆ, ਪਹਿਲਾਂ ਵਾਹਿਗੁਰੂ ਧਿਆਉਣ ਦੇ ਨਾਲ ਜਿੰਨੀ ਵੀ ਮਨ ਨੂੰ ਮੈਲ ਲੱਗੀ ਸੀ, ਉਹ ਮੈਲ ਸਾਰੀ ਦੂਰ ਹੋ ਗਈ। ਸਾਰੀ ਮੈਲ ਜਦੋਂ ਦੂਰ ਹੋ ਗਈ, ਹਿਰਦਾ ਪਵਿੱਤਰ ਹੋ ਗਿਆ, ਨਿਰਮਲ ਹੋ ਗਿਆ, ਤਦੋਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਰਸ ਹੋਣ ਲੱਗਿਆ। ਰਸ ਵੀ ਫਿਰ ਗੁਰਮੁਖ ਪਿਆਰਿਓ ਇਸ ਤਰ੍ਹਾਂ ਦਾ ਹੁੰਦਾ, ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨੂੰ ਫਿਰ ਭਾਵੇਂ ਸਰੀਰ ਦਾ ਬੰਦ ਕੱਟਿਆ ਜਾਵੇ, ਬਾਬਾ ਦੀਪ ਸਿੰਘ ਜੀ ਵਾਂਗੂ ਖੋਪੜ ਭਾਵੇਂ ਲੈ ਜਾਵੇ, ਖੋਪੜੀਆਂ ਲੈ ਜਾਣ, ਪਰ ਉਹ ਆਨੰਦ ਨਹੀਂ ਖਤਮ ਹੁੰਦਾ। ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਿੱਖ ਨੇ ਭਾਈ ਮਨੀ ਸਿੰਘ ਜੀ। ਅਜਿਹੀ ਸਤਿਗੁਰੂ ਮਹਾਰਾਜ ਜੀ ਨਾਲ ਲਿਵ ਲੱਗੀ ਹੈ, ਅਜਿਹਾ ਪ੍ਰੇਮ ਜੁੜਿਆ ਹੈ ਕਿ ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਕਬੀਰ ਚਰਨ ਕਮਲ ਕੀ ਮੌਜ ਮਹਿ ਕੋ ਕੈਸੇ ਉਨਮਾਨ, ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਤੇ ਕਹਿ ਲੂ ਤਾਂ ਕੋਈ ਸ਼ਬਦ ਹੀ ਨਹੀਂ ਹਨ। ਭਾਵੇਂ ਗੁਰਮੁਖ ਪਿਆਰੇ ਸਰੀਰ ਦਾ ਬੰਦ ਕੱਟਿਆ ਗਿਆ, ਪਰ ਉਹ ਆਨੰਦ ਨਹੀਂ ਖਤਮ ਹੋਇਆ। ਆਨੰਦ ਉਹ ਪਿਆਰਿਓ ਕਿਸ ਤਰ੍ਹਾਂ ਭਰਿਆ, ਜਿੰਨੇ ਵੀ ਸੰਸਾਰਿਕ ਰਸ ਸਨ, ਸੰਸਾਰਿਕ ਆਨੰਦ ਸਨ, ਉਹਨਾਂ ਨੂੰ ਛੱਡਿਆ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਇਹ ਸੰਸਾਰਿਕ ਰਸ ਛੱਡ ਦਿੱਤੇ, ਵਿਸ਼ੇ ਵਿਕਾਰਾਂ ਦੇ ਰਸ ਛੱਡ ਦਿੱਤੇ, ਪਹਿਨਣ ਦਾ ਰਸ ਛੱਡ ਦਿੱਤਾ, ਖਾਣ ਦਾ ਰਸ ਛੱਡ ਦਿੱਤਾ, ਤਦੋਂ ਫਿਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਰਸ ਆਉਣ ਲੱਗਿਆ। ਭਗਤੀ ਦਾ ਰਸ ਆਇਆ, ਪਰ ਉਹ ਰਸ ਆਉਣ ਦੇ ਨਾਲ ਜਿੰਨੇ ਵੀ ਸੰਸਾਰਿਕ ਰਸ ਹਨ ਉਹ ਖਤਮ ਹੋ ਗਏ। ਤੇ ਫਿਰ ਭਾਵੇਂ ਬੰਦ ਕੱਟਿਆ ਗਿਆ, ਫਿਰ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੇਮ ਨਹੀਂ ਟੁੱਟਿਆ। ਅਜਿਹੇ ਸਤਿਗੁਰੂ ਮਹਾਰਾਜ ਜੀ ਦੇ ਗੁਣ ਨੇ, ਜੋ ਵੀ ਸਤਿਗੁਰੂ ਜੀ ਨੂੰ ਧਿਆਉਂਦਾ ਹੈ, ਉਹ ਸਤਿਗੁਰੂ ਜੀ ਦੇ ਵਿੱਚ ਹੀ ਸਮਾ ਜਾਂਦਾ ਹੈ, ਸਤਿਗੁਰੂ ਜੀ ਦਾ ਰੂਪ ਹੀ ਹੋ ਜਾਂਦਾ ਹੈ। ਹਰ ਜਨ ਦੁਈ ਏਕ ਹੈ, ਬਿਭ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੀ। ਜਿਸ ਤਰ੍ਹਾਂ ਗੁਰਮੁਖ ਪਿਆਰਿਓ ਇੱਕ ਸਮੁੰਦਰ ਦੇ ਵਿੱਚੋਂ ਲਹਿਰਾਂ ਉਛਲਦੀਆਂ ਨੇ, ਫਿਰ ਅੰਤ ਦੇ ਸਮੇਂ ਦੇ ਵਿੱਚ ਜਾ ਕੇ ਉਹ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਇਸ ਤਰ੍ਹਾਂ ਹੀ ਵਾਹਿਗੁਰੂ ਦੀ ਭਗਤੀ ਦਾ ਸਾਧੂ ਜਨਾਂ ਨੂੰ ਰਸ ਆਉਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਸਮ ਗ੍ਰੰਥ ਜੀ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ, ਨਿਆਰੇ ਨਿਆਰੇ ਹੋਏ ਫਿਰ ਆਗ ਮੈਂ ਸਮਾहेंगे। जैसे एक धूर ते कनूका धूर उड़त है, धूर के कनूका फिर धूर ही कहाएंगे। जैसे नाद के तरंग को उपजत है, पान के तरंग सब पान ही कहाएंगे। तैसे विश्व रूप ते भूत भूत प्रगट होए, ताही ते उपज सब ताही मैं समाहेंगे। इस तरह ही जिहड़े वाहिगुरु परमेश्वर दे नाल विछड़े ने, अंत दे समय दे विच वाहिगुरु परमेश्वर दे प्यारे वाहिगुरु परमेश्वर दे विच ही भेद हो जाते हैं। ये सतगुरु महाराज जी का बड़ा गुण है कि निरत ना पवे असंख गुण, कि सतगुरु महाराज जी दे अपने विच ही समा जाते हैं।
ਕਿ ਇਸ ਤਰ੍ਹਾਂ ਸਤਿਗੁਰ ਮਹਾਰਾਜ ਜੀ ਦੇ ਗੁਣ ਨੇ। ਸੂਰਜ ਚੰਦ ਦੇਵਤੇ ਸਿੱਧ ਬੁੱਧ ਜਿੰਨੇ ਵੀ ਮੁਨੀ ਹਨ ਉਹ ਸਾਰੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ। ਆਖੈ ਹੈ ਈਸ਼ਰ ਆਖੈ ਹੈ ਇੰਦੁ ਆਖੈ ਹੈ ਕੇਤੇ ਕੀਤੇ ਬੁੱਧ ਆਖੈ ਹੈ ਦਾਨਵ ਆਖੈ ਹੈ ਦੇਵ ਆਖੈ ਹੈ ਸੁਰ ਨਰ ਮੰਜਨ ਸੇਵ ਕੇਤੇ ਆਖੈ ਆਖਣ ਪਾਏ ਕੇਤੇ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰਹਿ ਤਾ ਆਖ ਨਾ ਸਕਹਿ ਕੀ ਕੇ। ਇੰਦਰ ਦੇਵਤੇ ਵਰਗੇ ਹੋਰ ਦੇਵਤੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੀ ਫਿਰ ਡਿਊਟੀ ਲਾਈ ਹੈ। ਕੋਟ ਬ੍ਰਹਮੇ ਜਗ ਸਾਜਣ ਲਾਏ। ਆਖੈ ਗੋਪੀ ਤੈ ਗੋਬਿੰਦ ਆਖੈ ਹੈ ਦਾਨਵ ਆਖੈ ਹੈ ਦੇਵ ਦੇਵਤੇ ਦੈਂਤ ਉਹ ਵੀ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨੇ ਚੇਤੇ ਕਰਦੇ ਨੇ। ਸਿਮਰੈ ਧਰਤੀ ਆਰ ਆਕਾਸਾ ਸਿਮਰੈ ਚੰਦ ਸੂਰਜ ਪ੍ਰਕਾਸ਼ਾ ਪੌਣ ਪਾਣੀ ਬੈ ਸੰਤਰ ਸਿਮਰਾ ਹੈ ਸਿਮਰਾ ਹੈ ਸਗਲ ਉਪਾਰਜਣਾ। ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜਾ ਚੰਦ ਸੂਰਜ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਉਸ ਨੂੰ ਧਿਆਉਂਦੇ ਨੇ। ਕਿ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਭੇਦ ਹੋ ਜਾਂਦੇ ਨੇ। ਇਤਨੇ ਗੁਣ ਨੇ ਗੁਰਮੁਖ ਪਿਆਰਿਓ। ਭਾਈ ਗੁਰਦਾਸ ਜੀ ਆਪਣੀਆਂ ਗੁਰਬਾਰਾਂ ਅੰਦਰ ਫਰਮਾਉਂਦੇ ਨੇ ਸਤਿਗੁਰ ਗੁਣੀ ਨਿਦਾਨ ਹੈ ਗੁਣ ਕਰ ਬਖਸ਼ੈ ਅਬ ਗੁਣ ਆਰੇ ਸਤਿਗੁਰ ਪੂਰਾ ਵੈਦ ਹੈ ਅੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰਦੇਵ ਹੈ ਸੁਖ ਦੇ ਮੇਲ ਲਏ ਦੁਖਿਆਰੇ ਗੁਰ ਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੇ ਸਤਿਗੁਰ ਆਗੂ ਜਾਣੀਐ ਬਾਹ ਪਕਰ ਅੰਦਲੇ ਉਦਾਰੇ ਮਾਨ ਨਿਮਾਣੇ ਸਦ ਬਲਿਹਾਰੇ ਕਿ ਸਤਿਗੁਰ ਮਹਾਰਾਜ ਜੀ ਗੁਣਾ ਦੇ ਖਜ਼ਾਨੇ ਨੇ। ਗੁਰਮੁਖ ਪਿਆਰਿਓ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਕੋਈ ਆਪਾਂ ਨੂੰ ਕੁਝ ਕੁ ਪੈਸੇ ਦੇ ਦੇਵੇਗਾ ਕੁਝ ਕੁ ਆਪਣੀ ਮਦਦ ਕਰ ਦੇਵੇਗਾ ਪਰ ਸਤਿਗੁਰ ਮਹਾਰਾਜ ਜੀ ਇਸ ਤਰ੍ਹਾਂ ਦੇ ਨੇ। ਇਸ ਤਰ੍ਹਾਂ ਦਾ ਸਤਿਗੁਰ ਮਹਾਰਾਜ ਜੀ ਦਾ ਸੁਭਾਅ ਹੈ ਕਿ ਆਪਣੇ ਪਿਆਰੇ ਦੀ ਆਪਣੇ ਸੇਵਕ ਦੀ ਆਪਣੇ ਭਗਤ ਦੀ ਸਤਿਗੁਰ ਮਹਾਰਾਜ ਜੀ ਐਥੈ ਉਥੈ ਰਖਵਾਲਾ। ਸਤਿਗੁਰ ਜੀ ਲੋਕ ਦੇ ਵਿੱਚ ਵੀ ਰੱਖਿਆ ਕਰਦੇ ਨੇ ਆਪਣੇ ਪਿਆਰੇ ਦੀ ਤੇ ਦਰਗਾਹ ਦੇ ਵਿੱਚ ਵੀ ਜਾ ਕੇ ਸਤਿਗੁਰ ਜੀ ਰੱਖਿਆ ਕਰਦੇ ਨੇ। ਜੋ ਸਤਿਗੁਰ ਮਹਾਰਾਜ ਜੀ ਦੇ ਸਰ ਦੇ ਵਿੱਚ ਹੁੰਦਾ ਹੈ ਗੁਰਮੁਖ ਪਿਆਰਿਓ ਜੋ ਅੰਮ੍ਰਿਤ ਛਕ ਲੈਂਦਾ ਹੈ ਸਤਿਗੁਰ ਮਹਾਰਾਜ ਜੀ ਦਾ ਹੁਕਮ ਮੰਨਦਾ ਹੈ ਪੰਜਾਂ ਕਕਾਰਾਂ ਨੂੰ ਧਾਰਨ ਕਰ ਲੈਂਦਾ ਹੈ। ਸਤਿਗੁਰ ਮਹਾਰਾਜ ਜੀ ਫਰਮਾਉਂਦੇ ਨੇ ਕਿ ਉਹ ਸਿੱਖ ਨੂੰ ਮੈਂ ਨਰਕਾਂ ਦੇ ਵਿੱਚ ਕੱਢ ਲਵਾਂਗਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਭਾਈ ਦਾਨ ਸਿੰਘ ਜੀ ਕਹਿਣ ਲੱਗੇ ਕਿ ਸਤਿਗੁਰ ਮਹਾਰਾਜ ਜੀ ਮੇਰਾ ਦਾੜਾ ਬਹੁਤਾ ਜ਼ਿਆਦਾ ਲੰਬਾ ਹੈ ਤੁਸੀਂ ਇਸ ਤਰ੍ਹਾਂ ਕਰਿਓ ਜੇ ਮੈਂ ਨਰਕਾਂ ਦੇ ਵਿੱਚ ਪੈ ਗਿਆ ਤੁਸੀਂ ਮੈਨੂੰ ਦਾੜੇ ਤੋਂ ਫੜ ਕੇ ਖਿੱਚ ਲਿਓ। ਸਤਿਗੁਰ ਜੀ ਕਹਿਣ ਲੱਗੇ ਕਿ ਭਾਈ ਦਾੜੇ ਤੋਂ ਖਿੱਚਿਆ ਬੰਦਾ ਥੱਲੇ ਨੂੰ ਜਾਂਦਾ ਹੈ ਨਰਕਾਂ ਦੇ ਵਿੱਚ ਪਵੋਗੇ। ਜੇ ਤੁਸੀਂ ਕੇਸ ਨਾ ਰੱਖੇ ਦਾੜਾ ਨਾ ਰੱਖਿਆ ਕੰਘਾ ਨਾ ਲਾਇਆ ਕਸਾਰਾ ਨਾ ਪਾਇਆ ਕਿਰਪਾਨ ਨਾ ਪਾਈ
ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਫਰਮਾਨ ਹੀ ਇਹ ਹੈ, ਜੋ ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਿੱਖ ਅਖਵਾਉਂਦਾ ਹੈ, ਉਹ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ। ਪ੍ਰਥਮ ਰਹਿਤ ਇਹੋ ਜਾਨ, ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ, ਅਬਰ ਨਾ ਪਾਹੁਲ ਜੋ ਲਿਵੈ। ਉਹ ਸਿੰਘ ਪ੍ਰਧਾਨ ਹੈ, ਉਹ ਸਿੰਘ ਸ਼੍ਰੋਮਣੀ ਹੈ ਜਿਹੜਾ ਸਤਿਗੁਰ ਮਹਾਰਾਜ ਜੀ ਦੇ ਸਿਰਫ ਦਰ ਤੇ ਆਉਂਦਾ ਹੈ। ਹੋਰ ਜਿੰਨੇ ਵੀ ਦਰ ਨੇ ਉਹ ਸਭ ਛੱਡਦਾ ਹੈ। ਸਤਿਗੁਰ ਮਹਾਰਾਜ ਜੀ ਫਰਮਾਉਂਦੇ ਨੇ, ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ, ਕਿ ਹੋਰ ਮੜੀਆਂ ਮਸਾਨਾਂ ਨੂੰ ਛੱਡ ਕੇ ਵਾਹਿਗੁਰੂ ਪਰਮੇਸ਼ਰ ਨੂੰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੰਮ੍ਰਿਤ ਛਕਦਾ ਹੈ, ਉਹ ਸਿੱਖ ਪ੍ਰਧਾਨ ਹੈ, ਉਸ ਦੀ ਮੈਂ ਰੱਖਿਆ ਕਰਾਂਗਾ। ਇਹ ਗੁਰਮੁਖ ਪਿਆਰੇ ਸਤਿਗੁਰੂ ਮਹਾਰਾਜ ਜੀ ਦਾ ਗੁਣ ਹੈ ਕਿ ਸਤਿਗੁਰੂ ਮਹਾਰਾਜ ਜੀ ਆਪਣੇ ਪਿਆਰੇ ਦੀ ਇਸ ਲੋਕ ਦੇ ਵਿੱਚ ਵੀ ਰੱਖਿਆ ਕਰਦੇ ਨੇ, ਦਰਗਾਹ ਦੇ ਵਿੱਚ ਵੀ ਜਾ ਕੇ ਸਿੱਖ ਨੂੰ ਨਰਕਾਂ ਦੇ ਵਿੱਚ ਨਹੀਂ ਪੈਣ ਦਿੰਦੇ। ਤੇ ਗੁਰਮੁਖ ਪਿਆਰੇ ਜਿਹੜੇ ਸਤਿਗੁਰੂ ਮਹਾਰਾਜ ਜੀ ਤੋਂ ਬੇਮੁਖ ਹੋ ਜਾਂਦੇ ਨੇ, ਉਹਨਾਂ ਦੇ ਬਾਬਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੰਦਰ ਸਤਿਗੁਰੂ ਜੀ ਫਰਮਾਉਂਦੇ ਨੇ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪਨਾ ਮਾਸਾ ਹੈ। ਕਿ ਜਿਹੜਾ ਮਨਮੁਖ ਪੁਰਸ਼ ਹੈ ਉਹ ਸੰਸਾਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ, ਉਸ ਦੀ ਬੰਦ ਖਲਾਸ ਨਹੀਂ ਹੁੰਦੀ। ਜਿੰਨੇ ਨਰਕ ਮਨਮੁਖ ਪੁਰਸ਼ ਭੋਗਦਾ ਹੈ, ਰੱਤੀ ਕੋ ਮਾਤਰ ਵੀ ਉਸ ਤੋਂ ਤਿਨਕਾ ਮਾਤਰ ਵੀ ਉਹ ਉਤਨਾ ਦੁੱਖ ਵੀ ਗੁਰਮੁਖ ਪੁਰਸ਼ ਨੂੰ ਨਹੀਂ ਆਉਂਦਾ। ਸਤਿਗੁਰੂ ਜੀ ਉਹਦੀ ਰੱਖਿਆ ਕਰਦੇ ਨੇ। ਇਸ ਤਰ੍ਹਾਂ ਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਦਾਨ ਸਿੰਘ ਜੀ ਨੂੰ ਸਮਝਾਇਆ ਕਿ ਤੁਸੀਂ ਅੰਮ੍ਰਿਤ ਛਕ ਲਵੋ, ਨਰਕਾਂ ਦੇ ਵਿੱਚ ਮੈਂ ਆਪਣੇ ਪਿਆਰਿਆਂ ਦੀ, ਆਪਣੇ ਸੇਵਕਾਂ ਦੀ, ਸਿੱਖਾਂ ਦੀ ਰੱਖਿਆ ਕਰਦਾ ਹਾਂ। ਭਾਵੇਂ ਸੰਸਾਰ ਦੇ ਵਿੱਚ ਹੁੰਦੇ ਵੀ ਸਿੱਖ ਵਿਸ਼ੇ ਵਿਕਾਰਾਂ ਦੇ ਬਲ ਗਲਤਾਨ ਹੋ ਜਾਣ, ਪਰ ਜਿਹੜੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਆਪਣੇ ਪਿਆਰੇ ਨੂੰ ਕੱਢ ਲੈਂਦੇ ਨੇ। ਗੁਰਮੁਖ ਪਿਆਰੇ ਭਾਈ ਜੋਗਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰ ਘਰ ਦੇ ਵਿੱਚ ਸੇਵਾ ਕਰਦੇ ਨੇ। ਕੁਝ ਕੁ ਵੱਡੇ ਹੋਏ ਮਾਤਾ ਪਿਤਾ ਲੈਣ ਵਾਸਤੇ ਆਏ, ਸਤਿਗੁਰੂ ਜੀ ਨੂੰ ਕਹਿ ਕੇ, ਸਤਿਗੁਰੂ ਜੀ ਸਾਡੇ ਪੁੱਤਰ ਵੱਡੇ ਹੋ ਗਏ ਨੇ, ਹੁਣ ਇਹਨਾਂ ਨੂੰ ਘਰੇ ਤੋਰ ਦਵੋ, ਇਹਨਾਂ ਦੀ ਸ਼ਾਦੀ ਕਰਨੀ ਹੈ, ਵਿਆਹ ਕਰਨਾ ਹੈ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਆਗਿਆ ਲੈ ਕੇ ਭਾਈ ਜੋਗਾ ਜੀ ਚਲੇ ਜਾ ਰਹੇ ਨੇ। ਸਾਹਿਬਾਂ ਨੇ ਬਚਨ ਕੀਤੇ ਕਿ ਇਹ ਭਾਈ ਜੋਗਾ ਜੀ, ਜਦੋਂ ਤੁਹਾਨੂੰ ਸਾਡਾ ਹੁਕਮ ਆ ਗਿਆ, ਭਾਵੇਂ ਜਿਹੜਾ ਮਰਜ਼ੀ ਕਾਰਜ ਕਰਦੇ ਹੋ, ਜੋ ਕੰਮ ਕਰਦੇ ਹੋ, ਉਸ ਨੂੰ ਵਿੱਚ ਹੀ ਛੱਡ ਕੇ, ਉਸ ਨੂੰ ਛੱਡ ਕੇ ਸਾਡਾ ਹੁਕਮ ਮੰਨਣਾ ਹੈ, ਸਾਡੇ ਕੋਲ ਆ ਜਾਇਓ, ਜਿਹੜਾ ਮਰਜ਼ੀ ਕਾਰਜ ਕਰਦੇ ਹੋ। ਸਤ ਬਚਨ ਸਤ ਕਰਕੇ ਸਤਿਗੁਰੂ ਜੀ ਦੇ ਬਚਨ ਮੰਨ ਲਏ, ਚਲੇ ਜਾ ਰਹੇ ਨੇ। ਘਰ ਦੇ ਵਿੱਚ ਵਿਆਹ ਰੱਖਿਆ, ਆਨੰਦ ਕਾਰਜ ਦਾ ਸਮਾਂ ਆਇਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖ ਦੇ ਹੱਥ ਦੇ ਵਿੱਚ ਪੱਤਰਕਾ ਲਿਖ ਕੇ ਭੇਜੀ, ਚਿੱਠੀ ਭੇਜੀ ਕਿ ਜਦੋਂ 2 ਲਾਵਾਂ ਹੋ ਗਈਆਂ, 2 ਰਹਿ ਗਈਆਂ, ਉਸ ਸਮੇਂ ਭਾਈ ਜੋਗਾ ਜੀ ਨੂੰ ਜਾ ਕੇ ਫੜਾ ਦਿਓ। ਇਸ ਤਰ੍ਹਾਂ ਹੀ ਹੋਇਆ ਗੁਰਮੁਖ ਪਿਆਰਿਓ, ਸਿੱਖ ਨੇ ਜਦ 2 ਲਾਵਾਂ ਹੋ ਗਈਆਂ, ਸਤਿਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਕੇ ਭਾਈ ਜੋਗਾ ਜੀ ਨੂੰ ਚਿੱਠੀ ਫੜਾ ਦਿੱਤੀ। ਕਈ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਜੋਗਾ ਜੀ ਨੇ ਉਸ ਸਮੇਂ ਆਪਣੇ ਜੇਬ ਦੇ ਵਿੱਚ ਚਿੱਠੀ ਪਾ ਲਈ। ਸਿੱਖ ਨੇ ਕਿਹਾ ਕਿ ਪੜ੍ਹ ਲਓ, ਸਤਿਗੁਰੂ ਜੀ ਦਾ ਹੁਕਮ ਹੈ। ਭਾਈ ਜੋਗਾ ਜੀ ਪੜ੍ਹਨ ਲੱਗੇ, ਲਿਖਿਆ ਸੀ ਕਿ ਜੋ ਵੀ ਕੰਮ ਕਰਦੇ ਉਸ ਨੂੰ ਵਿੱਚ ਹੀ ਛੱਡ ਕੇ ਸਾਡੇ ਪਾਸ ਆ ਜਾਵੇ।
ਭਾਈ ਜੋਗਾ ਜੀ ਉੱਠ ਖੜੇ ਨੇ। ਮਾਤਾ ਪਿਤਾ ਨੇ ਪੁੱਛਿਆ ਕਿ ਪੁੱਤਰ ਜੀ ਕਿੱਥੇ ਜਾ ਰਹੇ ਹੋ? ਤੁਹਾਡੇ ਆਨੰਦ ਕਾਰਜ ਹੋ ਰਹੇ ਨੇ, ਜ਼ਰੂਰੀ ਕਾਰਜ ਹੈ। ਕਹਿਣ ਲੱਗੇ ਕਿ ਮੈਨੂੰ ਬਾਜਾਂ ਵਾਲੇ ਸਰਬੰਸ ਦਾ ਨਹੀਂ ਪਿਤਾ ਦਾ ਹੁਕਮ ਹੈ, ਆਗੇ ਆਈ ਹੈ ਕਿ ਸਾਡੇ ਪਾਸ ਆ ਜਾਵੇ। ਚੱਲ ਪਏ ਨੇ ਆਪਣੇ ਘਰ ਦੇ ਵਿੱਚ। ਰਾਸਤੇ ਦੇ ਵਿੱਚ ਕੀ ਹੋਇਆ ਗੁਰਮੁਖ ਪਿਆਰਿਓ, ਇੱਕ ਮੰਦ ਕਰਮ ਕਰਨ ਵਾਲੀ ਔਰਤ ਦਾ ਬੇਸਵਾ ਦਾ ਦੁਬਾਰਾ ਆਇਆ। ਮਨ ਵਿਸ਼ੇ ਵਿਕਾਰਾਂ ਦੇ ਬਲ ਭੱਜਣ ਲੱਗ ਗਿਆ। ਜਦੋਂ ਗੁਰਮੁਖ ਪਿਆਰਿਓ ਬੇਸਵਾ ਦੇ ਦੁਆਰ ਤੇ ਜਾਣ ਲੱਗੇ, ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪਿਆਰੇ ਸੇਵਕ ਨੂੰ ਜਾਣ ਨਾ ਦਿੱਤਾ। ਪਹਿਰੇਦਾਰ ਬਣ ਕੇ ਸਤਿਗੁਰੂ ਮਹਾਰਾਜ ਜੀ ਨੇ ਰੱਖਿਆ ਕੀਤੀ। ਸਤਿਗੁਰੂ ਜੀ ਨੇ ਰੱਖਿਆ ਕੀਤੀ ਆਪਣੇ ਪਿਆਰੇ ਸੇਵਕ ਦੀ। ਅਜਿਹੇ ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਸੇਵਕ, ਅਜਿਹੇ ਸਤਿਗੁਰੂ ਮਹਾਰਾਜ ਜੀ ਪਿਆਰਿਆਂ ਦੇ ਗੁਰੂ ਕਿ ਸਤਿਗੁਰੂ ਮਹਾਰਾਜ ਜੀ ਆਪਣੇ ਪਿਆਰਿਆਂ ਨੂੰ ਜੇ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਵੀ ਹੋ ਲੱਗਦੇ ਨੇ ਸਿੱਖ, ਤਾਂ ਸਤਿਗੁਰੂ ਮਹਾਰਾਜ ਜੀ ਹੱਥ ਦੇਖ ਕੇ ਪੂਜਾ ਗਹਿ ਕੁਬ ਤੇ ਕਾਢ ਲੈ ਵਹ। ਸਤਿਗੁਰੂ ਮਹਾਰਾਜ ਜੀ ਆਪਣੇ ਪਿਆਰੇ ਸੇਵਕਾਂ ਦੀ ਰੱਖਿਆ ਕਰਦੇ ਨੇ। ਅਜਿਹੇ ਸਤਿਗੁਰੂ ਮਹਾਰਾਜ ਜੀ ਦੇ ਗੁਣ ਨੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵਨ ਤੁਧਨੋ ਖਾਣੀ ਚਾਰੇ, ਗਾਵਨ ਤੁਧਨੋ ਖੰਡ ਮੰਡਲ ਬਹਿ ਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਉਹ ਚਿੱਤਰ ਗੁਪਤ ਧਰਮ ਰਾਜਾ ਵੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ। ਆਪਣੀ ਗੱਲ ਚੱਲ ਰਹੀ ਸੀ। ਭਾਈ ਗੁਰਦਾਸ ਜੀ ਆਪਣੀ 12 ਅੰਦਰ ਫਰਮਾਉਂਦੇ ਨੇ, ਸਤਿਗੁਰੂ ਗੁਣੀ ਨਿਦਾਨ ਹੈ ਕਿ ਜਿਹੇ ਸਤਿਗੁਰੂ ਮਾਰੀ ਗੁਣਾ ਦੇ ਖਜ਼ਾਨੇ ਨੇ, ਗੁਣ ਕਰ ਬਖਸ਼ੈ ਆਪ ਗੁਣਿਆਰੇ। ਸਤਿਗੁਰੂ ਜੀ ਗੁਣ ਦੇ ਕੇ ਆਪਣੇ ਪਿਆਰੇ ਸੇਵਕ ਦਾ, ਆਪਣੇ ਦਾਸ ਦਾ ਔਗੁਣ ਕੱਢ ਲੈਂਦੇ ਨੇ, ਉਸ ਦਾ ਔਗੁਣ ਨੂੰ ਨਾਸ਼ ਕਰ ਦਿੰਦੇ ਨੇ। ਤੇ ਜਿਹੇ ਸਤਿਗੁਰੂ ਮਹਾਰਾਜ ਜੀ ਡਾਕਟਰ ਨੇ, ਵੈਦ ਨੇ, ਆਪਣੇ ਪਿਆਰੇ ਸੇਵਕ ਦਾ ਪੰਜੇ ਰੋਗ ਨੇ, ਕਾਮ ਕ੍ਰੋਧ ਹੰਕਾਰ ਲੋਭ ਮੋਹ, ਇਹ ਜਿੰਨੇ ਵੀ ਛਲੰਗ ਛਿਦਰੰਗ ਕੋਟ ਵਿਗਨੰ ਅਪਰਾਧੰ ਕਲਬਖ ਮਲੰਗ, ਇਹ ਮੈਲਾਂ ਤੋਂ ਸਤਿਗੁਰੂ ਮਹਾਰਾਜ ਨਿਵਰਤ ਕਰ ਦਿੰਦੇ ਨੇ। ਪੰਜੇ ਰੋਗ ਜਿਹੜੇ ਅਸਾਧ ਨੇ, ਇਹਨਾਂ ਦੇ ਸਤਿਗੁਰੂ ਮਹਾਰਾਜ ਜੀ ਨਿਵਰਤ ਕਰ ਦਿੰਦੇ, ਨਾਸ਼ ਕਰ ਦਿੰਦੇ ਨੇ। ਸੁਖ ਦੇਖ ਕੇ ਸਤਿਗੁਰੂ ਮਹਾਰਾਜ ਜੀ ਆਪਣੇ ਪਿਆਰੇ ਸੇਵਕ ਦਾ ਦੁੱਖੀ ਦੂਰ ਕਰ ਦਿੰਦੇ ਨੇ। ਅਜਿਹੇ ਸਤਿਗੁਰੂ ਮਹਾਰਾਜ ਜੀ ਦੇ ਬਲਿਹਾਰ ਜਾਣਾ ਕਰੀਏ ਗੁਰਮੁਖ ਪਿਆਰਿਓ ਕਿ ਅਜਿਹੇ ਸਤਿਗੁਰੂ ਮਹਾਰਾਜ ਇਤਨੇ ਗੁਣ ਨੇ, ਆਪਣੇ ਪਿਆਰੇ ਦੀ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਦੇ ਨੇ ਗੁਰਮੁਖ ਪਿਆਰਿਓ ਕਿ ਅਜਿਹੇ ਸਤਿਗੁਰੂ ਮਹਾਰਾਜ ਗੁਣਾਂ ਨੂੰ ਕਿਸ ਤਰ੍ਹਾਂ ਬਖਿਆਨ ਕਰਨਾ ਕਰੀਏ। ਊਜ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵਤੇ ਉਤਰਾ ਹੈ ਸੁਣਤਾ ਹੈ ਉਤਰਾ ਹੈ ਬਿਨ ਸਹਿ, ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਪਾਥਰ ਕੋ ਤਾਰੇ, ਪਾਹਨ ਪਾਰ ਉਤਾਰੇ। ਕਿ ਸਤਿਗੁਰੂ ਮਹਾਰਾਜ ਜੀ ਪੱਥਰਾਂ ਨੂੰ ਵੀ ਤਾਰ ਦਿੰਦੇ ਨੇ, ਪਸ਼ੂਆਂ ਨੂੰ ਪੰਛੀਆਂ ਨੂੰ ਵੀ ਸਤਿਗੁਰੂ ਮਹਾਰਾਜ ਮੁਕਤੀ ਦੇ ਦਿੰਦੇ ਨੇ। ਅਜਿਹੇ ਸਤਿਗੁਰੂ ਮਹਾਰਾਜ ਜੀ ਤੋਂ ਬਲਿਹਾਰ ਜਾਣਾ ਕਰੀਏ। ਇਤਨੇ ਗੁਣ ਕੇ ਸਤਿਗੁਰੂ ਮਹਾਰਾਜ ਜੀ ਦੇ ਕੋਈ ਬਖਿਆਨ ਨਹੀਂ ਕਰ ਸਕਦਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨ। ਕਿ ਸਤਿਗੁਰੂ ਮਹਾਰਾਜ ਜੀ ਤੁਹਾਡੀ ਵਡਿਆਈ ਨਹੀਂ ਕੀਤੀ ਜਾ ਸਕਦੀ, ਤੁਸੀਂ ਇਤਨੇ ਮਹਾਨ ਹੋ। ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਨੇ। ਹਾਂਜੀ ਪੰਕਤੀ ਪੜ੍ਹਨੀ ਕਰੋ ਜੀ। ਨਾਨਕ ਕੀ ਨਿਰਤ ਨਾ ਪਵੈ ਅਸੰਖ ਗੁਣ, ਊਚਾ ਪ੍ਰਭ ਕਾ ਨਾਉ। ਇਹ ਸਤਿਗੁਰੂ ਮਹਾਰਾਜ ਜੀ ਤੁਹਾਡੇ ਗੁਣਾਂ ਨੂੰ ਬਖਿਆਨ ਨਹੀਂ ਕੀਤਾ ਜਾ ਸਕਦਾ, ਤੁਹਾਡੇ ਗੁਣ ਨਹੀਂ ਦੱਸੇ ਜਾ ਸਕਦੇ, ਤੁਹਾਡੇ ਇਤਨੇ ਗੁਣ ਨੇ। ਊਚਾ ਪ੍ਰਭ ਕਾ ਨਾਉ ਕੇ ਸਤਿਗੁਰੂ ਮਹਾਰਾਜ ਤੁਹਾਡਾ ਨਾਮ, ਤੁਹਾਡਾ ਥਾਮ, ਤੁਹਾਡਾ ਨਾਮ ਥਾਂ ਉੱਚਾ ਹੈ ਸਤਿਗੁਰੂ ਮਹਾਰਾਜ ਜੀ। ਅਤ ਊਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਬਾਰਾ। ਕਿ ਸਤਿਗੁਰੂ ਮਹਾਰਾਜ ਤੁਹਾਡਾ ਦਰਬਾਰ ਇਤਨਾ ਉੱਚਾ ਹੈ
ਭਾਵੇਂ ਕੋਈ ਪਾਪੀ ਤੋਂ ਪਾਪੀ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਵੇ। ਜੇ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਨਾਲ ਦੁਸ਼ਮਣ ਵੀ ਜੰਗਾ ਕਰਨ ਵਾਸਤੇ ਆਏ ਨੇ, ਜੇ ਕੁਝ ਕੁ ਸਤਿਗੁਰ ਮਹਾਰਾਜ ਪ੍ਰਤੀ ਸਰਦਾ ਰੱਖੀ, ਪ੍ਰੇਮ ਆਇਆ ਦਿਲ ਦੇ ਵਿੱਚ, ਤਾਂ ਸਤਿਗੁਰ ਮਹਾਰਾਜ ਜੀ ਨੇ ਬਖਸ਼ ਲਏ। ਸੈਦਾ ਵੇਗ ਜੀ ਚੜ ਕੇ ਆਏ ਨੇ ਸਤਿਗੁਰ ਮਹਾਰਾਜ ਜੀ, ਕਹਿੰਦੇ ਨੇ ਕਿ ਸਤਿਗੁਰ ਮਹਾਰਾਜ ਜੀ ਨੂੰ ਮੈਂ ਮਾਰ ਦੇਵਾਂਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਮੈਂ ਜੰਗ ਕਰਨੀ ਹੈ। ਗੁਰਮੁਖ ਪਿਆਰ ਤਿਆਰੀ ਕਰਕੇ ਆਨੇ ਜੰਗ ਦੀ ਪੂਰੀ ਤਿਆਰੀ ਹੈ। ਸਤਿਗੁਰ ਮਹਾਰਾਜ ਅਜਿਹੀ ਕਿਰਪਾ ਕੀਤੀ, ਜਿਹੜੇ ਜੰਗ ਦੇ ਵਿੱਚ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਗੁਰਮੁਖ ਪਿਆਰੋ ਤਦੋਂ ਫਿਰ ਸਤਿਗੁਰ ਚਰਨੀ ਪੈ ਗਏ ਨੇ। ਇਸ ਤਰ੍ਹਾਂ ਦੀ ਬਿਰਤੀ ਬਣ ਗਈ, ਜਿਸ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਨੇ, ਕਬੀਰ ਸਤਿਗੁਰ ਸੂਰਮੇ ਵਾਹਿਆ ਬਨ ਜੋ ਏਕ, ਲਾਗਤ ਹੀ ਕੋਈ ਗਿਰ ਪਰਿਆ ਪਰਾ ਕਰੇ ਜੇ ਸੇਕ। ਕਿ ਸਤਿਗੁਰ ਮਹਾਰਾਜ ਜੀ ਨੇ ਆਪਣੇ ਕਟਾਖ ਨਿਗਾਹ ਦੇ ਨਾਲ ਅਜਿਹੀ ਕਿਰਪਾ ਵਰਤਾਈ, ਸਤਿਗੁਰ ਮਹਾਰਾਜ ਜੀ ਨੇ ਆਪਣੀ ਚਰਨੀ ਪੈ ਗਿਆ, ਸਤਿਗੁਰ ਮਹਾਰਾਜ ਜੀ ਦੇ ਚਰਨੀ ਪੈ ਗਿਆ। ਮਨ ਦੇ ਵਿੱਚ ਭਾਵੇਂ ਦੁਸ਼ਮਣੀ ਕੱਢੀ ਸਤਿਗੁਰ ਮਹਾਰਾਜ ਜੀ ਦੇ ਨਾਲ, ਅੰਤ ਦੇ ਸਮੇਂ ਦੇ ਵਿੱਚ ਸਤਿਗੁਰ ਮਹਾਰਾਜ ਜੀ ਦੇ ਪ੍ਰਤੀ ਸਰਦਾ ਬਣ। ਅਜਿਹੇ ਗੁਣ ਨੇ ਸਤਿਗੁਰ ਮਹਾਰਾਜ ਜੀ ਦੇ, ਕਿੰਨੇ ਕੁ ਗੁਣ ਸਤਿਗੁਰ ਜੀ ਦੇ ਦੱਸਣਾ ਕਰੀਏ। ਸਤਿਗੁਰ ਜੀ ਫਰਮਾਉਂਦੇ ਨੇ, ਨਿਰਤ ਨਾ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ। ਕੇ ਸਤਿਗੁਰ ਮਹਾਰਾਜ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੇ ਗੁਣ ਨੇ ਕਹੀ ਨਹੀਂ ਜਾ ਸਕਦੇ, ਨਿਰਣਾ ਨਹੀਂ ਕੀਤਾ ਜਾ ਸਕਦਾ, ਤੁਹਾਡਾ ਨਾਮ ਉੱਚਾ ਹੈ। ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਓ। ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੋਹਰ ਲਾ ਕੇ ਬਖਸ਼ਦੇ ਨੇ। ਸਤਿਗੁਰ ਮਹਾਰਾਜ ਜੀ ਫਰਮਾਉਂਦੇ ਨੇ, ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਓ। ਕਿ ਸਤਿਗੁਰ ਮਹਾਰਾਜ ਜੀ, ਸਾਡੇ ਪਾਸ ਕੋਈ ਥਾਂ ਨਹੀਂ ਹੈ, ਸਾਡੀ ਬੇਨਤੀ ਹੈ ਸਾਨੂੰ ਆਪਣੇ ਸਰੂਪ ਦੇ ਵਿੱਚ ਥਾਂ ਦੇਣੀ ਕਰੋ, ਆਪਣੇ ਵਿੱਚ ਹੀ ਭੇਦ ਕਰ ਲੈਣਾ ਕਰੋ। ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੂੰ ਲੋਕ ਬਹੁਤਾ ਜ਼ਿਆਦਾ ਮਾੜਾ ਬੋਲ ਰਹੇ ਨੇ, ਨਿੰਦਾ ਕਰ ਰਹੇ ਨੇ ਸਤਿਗੁਰੂ ਮਹਾਰਾਜ ਜੀ ਦੀ, ਲਾਹੌਰ ਸ਼ਹਿਰ ਦੇ ਵਿੱਚ ਡੱਬੀ ਬਾਜ਼ਾਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਘੁੰਗਣੀਆਂ ਵੇਚ ਰਹੇ ਨੇ। ਫਿਰ ਵਾਹਿਗੁਰੂ ਪਰਮੇਸ਼ਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰਨ ਦੇ ਵਿੱਚ ਪਏ। ਸਰ ਦੇ ਵਿੱਚ ਪੈਣ ਦੇ ਨਾਲ ਸੇਵਾ ਕੀਤੀ ਸਤਿਗੁਰੂ ਮਹਾਰਾਜ ਜੀ ਦੀ। ਗੁਰਮੁਖ ਪਿਆਰੋ, ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਮਹਾਰਾਜ ਜੀ ਨੇ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਗਤ ਦੇ ਮਾਲਕ, ਜਗਤ ਦੇ ਰਾਜੇ ਬਣਾ ਦਿੱਤਾ। ਜਬ ਹੀ ਭਇਓ ਪ੍ਰਸੰਨ ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਕਉ। ਕਿ ਸਤਿਗੁਰ ਮਹਾਰਾਜ ਸੇਵਾ ਤੋਂ ਪ੍ਰਸੰਨ ਹੋ ਕੇ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਤੇ ਉਸ ਸਮੇਂ ਸਤਿਗੁਰ ਜੀ ਨੇ ਸ਼ਬਦ ਉਚਾਰਨ ਕੀਤਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਹ ਵਿਦ ਤੁਮ ਹਰ ਜਾਣਾ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਨਾਨਕ ਜਨ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲ ਚੁੱਕਾ ਹੈ ਸਭ ਸੋਗ ਸੰਤਾਪੇ। ਕਹੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਅਸੀਂ ਤਾਂ ਵਿਸ਼ੇ ਇਸਤਾ ਸਤਿਗੁਰੂ ਮਹਾਰਾਜ ਜੀ, ਸਾਡੇ ਤਾਂ ਇੰਨੀ ਗਰੀਬੀ, ਸਾਨੂੰ ਕੋਈ ਨਹੀਂ ਪੁੱਛਦਾ ਸੀ। ਲਾਹੌਰ ਸ਼ਹਿਰ ਦੇ ਵਿੱਚ ਘੁੰਗਰੀਆਂ ਵੇਚਦੇ ਫਿਰਦੇ ਸੀ, ਬਹੁਤੀ ਜ਼ਿਆਦਾ ਗਰੀਬੀ ਦੇ ਵਿੱਚ ਗਲਤਾਨ ਸੀ। ਸਾਡੀ ਹਾਲਤ ਨੂੰ ਸਤਿਗੁਰੂ ਮਹਾਰਾਜ ਤੁਸੀਂ ਆਪ ਹੀ ਜਾਣਦੇ ਹੋ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਕੋਈ ਸਾਖ ਸੰਬੰਧੀ ਨਹੀਂ ਪੁੱਛਦਾ ਸੀ ਸਤਿਗੁਰੂ ਮਹਾਰਾਜ ਜੀ। ਜਦੋਂ ਆਪ ਜੀ ਦੇ ਸਰ ਦੇ ਵਿੱਚ ਪੈ ਗਏ, ਆਪ ਜੀ ਨੇ ਸਾਡੀ ਲਾਜ ਰੱਖੀ। ਜਿਨ੍ਹਾਂ ਨੂੰ ਮਿਲ ਕੇ, ਤੁਹਾਡੇ ਵਰਗੇ ਸਿੱਖਾਂ ਨੂੰ ਮਿਲ ਕੇ, ਜਿੰਨੇ ਦੁੱਖ ਕਲੇਸ਼ਾਂ ਨੂੰ ਉਹਨਾਂ ਤੋਂ ਨਿਵਰਤੀ ਹੋ ਗਈ। ਸਤਿਗੁਰੂ ਮਹਾਰਾਜ ਨੇ ਉਚਾਰਿਆ, ਕਿ ਸਤਿਗੁਰੂ ਮਹਾਰਾਜ ਜੀ ਨੇ ਉਚਾਰਿਆ ਕਿ ਸਾਡੇ ਪਾਸ ਕੋਈ ਥਾਂ ਨਹੀਂ ਸੀ, ਤੁਸੀਂ ਸਾਨੂੰ ਥਾਂ ਦਿੱਤੀ, ਤੇ ਜਿਹੀ ਥਾਂ ਦਿੱਤੀ ਕਿ ਜਗਤ ਦੇ ਮਾਲਕ ਹੀ ਬਣਾ ਦਿੱਤਾ।
ਤੇ ਅੰਤ ਦੇ ਸਮੇਂ ਦੇ ਵਿੱਚ ਗੁਰਮੁਖ ਪਿਆਰੇ ਜਦੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੱਚਖੰਡ ਦੇ ਵਿੱਚ ਜਾਣ ਲੱਗੇ ਤਾਂ ਉਸ ਸਮੇਂ ਗੁਰਮੁਖ ਪਿਆਰਿਓ ਭੱਟ ਹਰਬੰਸ ਜੀ ਵੀ ਫਰਮਾਉਂਦੇ ਨੇ, ਦੇਵਪੁਰੀ ਮਹਿ ਗਇਓ ਆਪ ਪਰਮੇਸ਼ਰ ਭਾਇਓ, ਹਰ ਸੰਗਾਸਨ ਦਿਓ ਸ੍ਰੀ ਗੁਰ ਤਹਿ ਬਿਠਾਇਓ। ਕਿ ਸਤਿਗੁਰ ਮਹਾਰਾਜ ਜੀ ਦੇਵਤਿਆਂ ਦੀ ਨਗਰੀ ਦੇ ਵਿੱਚ ਗਏ। ਦੇਵਤਿਆਂ ਦੀ ਨਗਰੀ ਦੇ ਵਿੱਚ ਜਾ ਕੇ ਸਤਿਗੁਰ ਮਹਾਰਾਜ ਜੀ ਨੇ ਦੈਂਤਾ ਦੇ ਪਾਸੋਂ ਸਤਿਗੁਰ ਜੀ ਨੇ ਰੱਖਿਆ ਕਰਵਾਈ। ਇੰਦਰ ਦੇਵਤੇ ਨੇ ਵੀ ਆਪਣਾ ਸਿੰਘਾਸਨ ਛੱਡਿਆ ਸਤਿਗੁਰ ਮਹਾਰਾਜ ਜੀ ਨੂੰ ਬੈਠਣ ਦੇ ਵਾਸਤੇ। ਅਜਿਹੇ ਸਤਿਗੁਰ ਮਹਾਰਾਜ ਜੀ ਨੇ ਜਿੰਨੇ ਵੀ ਸੰਸਾਰਿਕ ਮਨੁੱਖ ਸਨ ਆਪਣੇ ਪਿਆਰਿਆਂ ਦੇ ਕਾਟੇ ਸੋ ਪਾਪ ਤਨ ਰਹਿ ਕੇ ਗੁਰੂ ਰਾਮਦਾਸ ਜੀ ਨੇ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ। ਕਿ ਆਪਣੇ ਪਿਆਰੇ ਸੇਵਕਾਂ ਦੇ ਦੁੱਖਾਂ ਕਲੇਸ਼ਾਂ ਨੂੰ ਕੱਟ ਕੇ ਸਤਿਗੁਰ ਮਹਾਰਾਜ ਜੀ ਸੱਚਖੰਡ ਦੇ ਵਿੱਚ ਗਏ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬੇਨਤੀ ਕਰਦੇ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਕਿ ਸਤਿਗੁਰ ਮਹਾਰਾਜ ਜੀ, ਇਸ ਤਾਂ ਗਰੀਬੀ ਦੇ ਵਿੱਚ ਗਲਤਾਨ ਸੀ, ਸਾਡੇ ਪਾਸ ਕੋਈ ਥਾਂ ਨਹੀਂ ਸੀ, ਤੁਸੀਂ ਆਪ ਸਾਨੂੰ ਥਾਂ ਬਖਸ਼ੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਣੋ, ਆਪੇ ਸਾਡੀ ਹਾਲ ਤੁਸੀਂ ਆਪ ਹੀ ਜਾਣਦੇ ਸੀ। ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਨੇ, ਨਾਨਕ ਕੀ ਬੇਨੰਤੀ ਆ ਮਿਲੈ ਨਿਥਾਵੇ ਸਾਵੇ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਸਾਡੀ ਬੇਨਤੀ ਕਿ ਸਾਡੇ ਪਾਸ ਕੋਈ ਥਾਂ ਨਹੀਂ ਹੈ, ਸਾਨੂੰ ਆਪਣੇ ਸਰੂਪ ਦੇ ਵਿੱਚ ਸਾਨੂੰ ਥਾਂ ਦੇਣੀ ਕਰੋ, ਆਪਣੇ ਵਿੱਚ ਭੇਦ ਕਰ ਲੈਣਾ ਕਰੋ। ਛੰਤ ਦੇ ਨਾਲ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਦੂਸਰ ਨਾਹੀ ਠਾਓ ਕਾ ਪਹਿ ਜਾਈਐ। ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੇ ਦਰ ਨੂੰ ਛੱਡ ਕੇ ਹੋਰ ਕਿਹੜੇ ਦਰ ਤੇ ਜਾਣਾ ਕਰੀਏ। ਗੁਰਮੁਖ ਪਿਆਰਿਓ ਦਰ ਤਾਂ ਬਹੁਤੇ ਨੇ, ਪਰ ਕੋਈ ਅਜਿਹਾ ਦਰ ਨਹੀਂ ਸਤਿਗੁਰ ਮਹਾਰਾਜ ਜੀ ਤੋਂ ਬਗੈਰ ਜਿਹੜਾ ਮੁਕਤੀ ਦੇ ਸਕੇ, ਜਿਹੜਾ ਪਰਲੋਕ ਦੇ ਸੁੱਖ ਦੇ ਸਕੇ। ਅਜਿਹਾ ਕੋਈ ਦਰ ਨਹੀਂ ਸਤਿਗੁਰ ਜੀ ਦੇ ਦਰ ਤੋਂ ਛੱਡ ਕੇ ਕਿਸ ਦਰ ਤੇ ਜਾਣਾ ਕਰੀਏ। ਜੋ ਵੀ ਦਰ ਹੈ ਗੁਰਮੁਖ ਪਿਆਰਿਓ ਸਰੀਹਾਂ ਕਿ ਜਿੰਨੀਆਂ ਵੀ ਸਰੀਰਕ ਲੋੜਾਂ ਨੇ ਸੰਸਾਰ ਦੇ ਪਦਾਰਥ ਦਾ ਦੇ ਸਕਦੇ ਨੇ, ਪਰ ਮੁਕਤੀ ਨਹੀਂ ਦੇ ਸਕਦਾ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ। ਕਿ ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤੁਹਾਡੇ ਦਰ ਨੂੰ ਛੱਡ ਕੇ ਕਿਸ ਦਰ ਤੇ ਜਾਣਾ ਕਰੀਏ, ਹੋਰ ਕੋਈ ਦਰ ਤੋਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ। ਇਹ ਆਠੇ ਪਹਿਰ ਆਪਣੇ ਮਨ ਬੁੱਧੀ ਹੱਥ ਜੋੜ ਕੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕਰਕੇ ਇਸ ਤਰ੍ਹਾਂ ਦੀ ਬਿਰਤੀ ਬਣ ਜਾਵੇ ਕਿ ਅਠੇ ਪਹਿਰ ਹੀ ਵਾਹਿਗੁਰੂ ਪਰਮੇਸ਼ਰ ਨੂੰ ਧਿਆਈ। ਕਿਉਂਕਿ ਗੁਰਮੁਖ ਪਿਆਰਿਓ ਹੋਰ ਵੀ ਕਿ ਇੰਦਰਪੁਰੀ ਦੇ ਵਿੱਚ, ਬ੍ਰਹਮਪੁਰੀ ਦੇ ਵਿੱਚ, ਸ਼ਿਵਪੁਰੀ ਦੇ ਵਿੱਚ ਜਾ ਕੇ ਵੀ ਮਰਨਾ ਪੈਂਦਾ ਹੈ, ਉੱਥੇ ਵੀ ਮੌਤ ਹੁੰਦੀ ਹੈ। ਤੇ ਇਸ ਮੌਤ ਤੋਂ ਬਚਣ ਵਾਸਤੇ ਸਿਰਫ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਹੈ। ਗੁਰਮੁਖ ਪਿਆਰਿਓ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਹੋਏ ਨੇ। ਬੀਬੀ ਜੀ ਸਿੱਖ ਹੋਏ ਨੇ, ਬਹੁਤਾ ਜ਼ਿਆਦਾ ਪ੍ਰੇਮ ਕਰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਨਾਲ। ਹਰ ਸਮੇਂ ਸਤਿਗੁਰੂ ਮਹਾਰਾਜ ਜੀ ਨੂੰ ਸਿਮਰਨਾ ਕਰਦੇ ਨੇ। ਕਿ ਬੜੇ ਪ੍ਰੇਮ ਦੇ ਵਿੱਚ ਸਿਮਰਦੇ ਹੋਏ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਦਾ ਇੱਕ ਚੋਲਾ ਬਣਾਇਆ। ਤੇ ਸਤਿਗੁਰੂ ਮਹਾਰਾਜ ਜੀ ਨੇ ਨਾ ਆਪਣੀ ਸਿੰਘਣੀ ਦਾ ਪ੍ਰੇਮ ਦੇਖ ਕੇ, ਆਪਣੀ ਸਿੱਖਣੀ ਦਾ ਪ੍ਰੇਮ ਦੇਖ ਕੇ ਸਤਿਗੁਰੂ ਮਹਾਰਾਜ ਜੀ ਨੇ ਦਰਸ਼ਨ ਦਿੱਤੇ। ਤੇ ਗੁਰਮੁਖ ਪਿਆਰੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਮਾਤਾ, ਜਿਹੜਾ ਸਾਡੇ ਵਾਸਤੇ ਚੋਲਾ ਬਣਾਇਆ ਸੀ ਤੂੰ, ਉਹ ਸਾਨੂੰ ਦੇਣਾ ਕਰ। ਜਦੋਂ ਗੁਰਮੁਖ ਪਿਆਰੇ ਚੋਲਾ ਦਿੱਤਾ, ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਤਾਂ ਉਹ ਚੋਲਾ ਮਾਤਾ ਜੀ ਦੇ ਹੰਝੂਆਂ ਦੇ ਨਾਲ, ਪਾਣੀ ਨਾਲ ਸਾਰਾ ਭਿੱਜ ਗਿਆ। ਤੇ ਇੰਨਾ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੇਵਕਾਂ ਦਾ ਪ੍ਰੇਮ ਦੇਖ ਕੇ ਸਤਿਗੁਰੂ ਮਹਾਰਾਜ ਜੀ ਨੂੰ ਚੋਲਾ ਪਾ ਲਿਆ।
ਤੇ ਉਸ ਸਮੇਂ ਮਾਤਾ ਭਾਗ ਭਰੀ ਜੀ ਨੂੰ ਅੰਤ ਦੇ ਸਮੇਂ ਦੇ ਵਿੱਚ ਗੁਰਮੁਖ ਪਿਆਰਿਓ ਇੰਦਰ ਦੇਵਤਾ ਵੀ ਲੈਣ ਵਾਸਤੇ ਆਇਆ ਕਿ ਮਾਤਾ ਜੀ ਤੁਸੀਂ ਸਾਡੇ ਨਾਲ ਚੱਲਣਾ ਕਰੋ, ਸਾਡੀ ਪੁਰੀ ਦੇ ਵਿੱਚ ਚੱਲੋ। ਤੇ ਮਾਤਾ ਜੀ ਕਹਿਣ ਲੱਗੇ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦ ਤੋਂ ਸਾਨੂੰ ਗਿਆਨ ਹੋਇਆ, ਪ੍ਰਥਮੇ ਗਰਭ ਵਾਸਤੇ ਟਰਿਆ ਕਿ ਇੰਦਰਪੁਰੀ ਮੈਂ ਸਰ ਪਰ ਮਰਨਾ, ब्रह्मपुरी निश्चल नहीं रहना, शिवपुरी का होएगा काला, त्रै गुण माया बिन सब बिताला। कि शिवपुरी दे विच इंद्रपुरी दे विच भी थिर नहीं रहना, ब्रह्मपुरी दे विच भी थिर नहीं रहना। इंद्र लैन वास्ते आया कि तुसीं साडी पुरी दे विच चलना करो। माता जी कहन लगे कि नहीं, उत्थे भी जाके मौत हुंदी है। ਤੇ ਉਸ ਤੋਂ ਬਾਅਦ ਗੁਰਮੁਖ ਪਿਆਰੇ ਸ਼ਿਵਪੁਰੀ ਦਾ ਰਾਜਾ ਸ਼ਿਵ ਜੀ ਵੀ ਲੈਣ ਵਾਸਤੇ ਆਇਆ ਸਤਿਗੁਰੂ ਜੀ ਮਾਤਾ ਜੀ ਨੂੰ ਕਿ ਤੁਸੀਂ ਸਾਡੀ ਸਰ ਦੇ ਵਿੱਚ ਆਵੋ, ਤੁਸੀਂ ਸਾਡੀ ਪੁਰੀ ਦੇ ਵਿੱਚ ਜਾਣਾ ਕਰੋ। ਮਾਤਾ ਜੀ ਕਹਿਣ ਲੱਗੇ ਕਿ ਨਹੀਂ, ਉੱਥੇ ਵੀ ਮੌਤ ਹੁੰਦੀ ਹੈ। ਬ੍ਰਹਮਾ ਵੀ ਲੈਣ ਵਾਸਤੇ ਆਇਆ, ਉਸ ਨੂੰ ਵੀ ਮਾਤਾ ਜੀ ਨੇ ਇਸ ਤਰ੍ਹਾਂ ਹੀ ਜਵਾਬ ਦਿੱਤਾ ਕਿ ਉੱਥੇ ਜਾ ਕੇ ਵੀ ਮੌਤ ਹੁੰਦੀ ਹੈ। ਗੁਰਮੁਖ ਪਿਆਰਿਓ ਇੰਦਰਪੁਰੀ ਦੇ ਵਿੱਚ ब्रह्मपुरी दे विच जाके शिवपुरी दे विच जाके भी मौत हुंदी है। इस करके सतगुरु महाराज जी ने सानू होर देवतियां नूं पूजन तो सतगुरु महाराज मनाही कीती है। सतगुरु जी ने साहिब श्री गुरु गोबिंद सिंह जी महाराज जी अपनी गुरबाणी अंदर फरमाउंदे ने, सेव करी इन्हीं की पावत और की सेवना सुहात ना जी को। कि सेवा भी उन्हां दी करनी करो ਜਿਹੜੇ ਲੋਕ ਪਰਲੋਕ ਦੀ ਰੱਖਿਆ ਕਰਨ ਵਾਲੇ ਨੇ, ਅੰਤ ਦੇ ਸਮੇਂ ਦੇ ਵਿੱਚ ਮੁਕਤੀ ਦੇਣ ਵਾਲੇ ਨੇ। ਅਜਿਹੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੂਜਣਾ ਕਰੀਏ। आठ पैर कर जोड़ सो प्रभ ध्याई है, अठे पैर जोड़ करके कि वाहिगुरु परमेश्वर नूं ध्याना करो। ਧਿਆਏ ਸੋ ਪ੍ਰਭ ਸਦਾ ਆਪਣਾ ਮਨਿ ਚਿੰਦਿਆ ਪਾਈਐ। ਕਹਿ ਲੈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤੁਹਾਨੂੰ ਧਿਆਉਣ ਦੇ ਨਾਲ, ਤੁਹਾਡਾ ਸਿਮਰਨ ਕਰਦੇ ਨਾਲ ਹੀ ਮਨ ਇੱਛਤ ਹੀ ਫਲ ਪਾਵਤ ਹੈ। ਮਨ ਦੀ ਇੱਛਾ ਦੇ ਅਨੁਸਾਰ ਹੀ ਫਲ ਪ੍ਰਾਪਤ ਹੋ ਜਾਂਦਾ ਹੈ। ਕਿ ਜਿਸ ਲੋੜਵੰਦ ਨੂੰ ਸੰਸਾਰਿਕ ਲੋੜ ਪਦਾਰਥਾਂ ਦੀ ਲੋੜ ਹੈ, ਉਸ ਨੂੰ ਸੰਸਾਰਿਕ ਪਦਾਰਥ ਮਿਲ ਜਾਂਦੇ ਨੇ। ਜਿਸ ਨੂੰ ਮੁਕਤੀ ਦੀ ਇੱਛਾ ਹੁੰਦੀ, ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਅੰਤਰ ਸਮੇਂ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦਾ ਹੈ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੇਂ ਜੇ ਮਰੈ, ਬਦਤ ਤਲੋਚਨ ਤੇ ਨਾਲ ਮੁਕਤਾ ਪੀਤੰਬਰ ਵਾ ਕੇ ਹਿਰਦੈ ਬਸੈ। ਸਤਿਗੁਰੂ ਜੀ ਫਰਮਾਉਂਦੇ ਨੇ, ਜੇ ਕੋਈ ਅੰਤ ਦੇ ਸਮੇਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ ਲਵੇ, ਉਸ ਦੀ ਪਰਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਰੱਖਿਆ ਕਰਦੇ ਨੇ। ਕਿ ਸਤਿਗੁਰੂ ਮਹਾਰਾਜ ਤੁਹਾਨੂੰ ਧਿਆਉਣ ਦੇ ਨਾਲ, ਤੁਹਾਡੀ ਬਾਣੀ ਪੜ੍ਹਦੇ ਨਾਲ, ਤੁਹਾਨੂੰ ਸਿਮਰਨ ਕਰਦੇ ਨਾਲ ਮਨ ਦੀ ਇੱਛਾ ਦੇ ਅਨੁਸਾਰ ਹੀ ਫਲ ਪ੍ਰਾਪਤ ਹੋ ਜਾਂਦੇ ਨੇ, ਇੱਛਾ ਪੂਰੀ ਹੋ ਜਾਂਦੀ ਹੈ। ਤਜ ਮਾਨ ਮੋਹ ਬੇਕਾਰ ਦੂਜਾ, ਏਕ ਛੋ ਲਿਵ ਲਾਈਐ। ਸਤਿਗੁਰੂ ਜੀ ਅਰਦਾਸ ਕਰਦੀ ਵਿਧੀ ਦੱਸਦੇ ਨੇ ਕਿ ਆਪਣਾ ਮਾਨ ਨੂੰ ਛੱਡ ਕੇ, ਤਜ ਮਾਨ ਦੂਜਾ, ਤਜ ਮਾਨ ਮੋਹ ਬੇਕਾਰ ਦੂਜਾ, ਕਿ ਆਪਣੇ ਮਾਨ ਨੂੰ ਛੱਡ ਕੇ, ਹੰਕਾਰ ਨੂੰ ਛੱਡ ਕੇ, ਕਿ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਬੇਨਤੀ ਕਰਨੀ ਕਰੇ। ਮੋਹ ਤੇ ਮੋਹ ਨੂੰ ਆਪਣੇ ਸੰਸਾਰਿਕ ਸਰੀਰਾਂ ਦਾ ਮੋਹ ਛੱਡ ਕੇ, ਵਿਕਾਰਾਂ ਕਾਮ ਪ੍ਰਲੋਭ ਹੰਕਾਰ ਤੋਂ ਦੂਰ ਹੋ ਕੇ, ਦੂਜਾ ਏਕ ਸਿਉ ਲਿਵ ਲਾਈਏ, ਇੱਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਲਿਵ ਲਾਉਣੀ ਕਰੋ। ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਪਾਉਣਾ ਕਰੋ, ਉਸ ਨੂੰ ਚੇਤੇ ਕਰਨਾ ਕਰੋ। ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ। ਆਪਣਾ ਹੰਕਾਰ ਨੂੰ ਦੂਰ ਕਰਕੇ ਗੁਰਮੁਖ ਪਿਆਰਿਓ, ਆਪਣਾ ਮਨ ਤਨ ਵਾਹਿਗੁਰੂ ਪਰਮੇਸ਼ਰ ਨੂੰ ਭੇਟ ਕਰਕੇ, ਤੇ ਫਿਰ ਵਾਹਿਗੁਰੂ ਪਰਮੇਸ਼ਰ ਆਪਣਾ ਹੰਕਾਰ ਨੂੰ ਦੂਰ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਨਾ ਕਰੋ। ਗੁਰਮੁਖ ਪਿਆਰੇ, ਭਾਵੇਂ ਜੇ ਆਪਣੇ ਮਨ ਦੇ ਵਿੱਚ ਹੰਕਾਰ ਹੈ, ਭਾਵੇਂ ਆਪਾਂ ਕਿਤਨੀ ਮਰਜ਼ੀ ਸੇਵਾ ਕਰ ਲਈਏ, ਕਿੰਨਾ ਮਰਜ਼ੀ ਦਾਨ ਦੇ ਲਵੀਏ, ਉਹ ਜਿੰਨਾ ਦਾਨ ਹੈ ਕੱਖ ਦੇ ਬਰਾਬਰ ਹੈ। ਜੇ ਆਪਣੇ ਮਨ ਦੇ ਵਿੱਚ ਹੰਕਾਰ ਹੈ, ਜਿੰਨਾ ਮਰਜ਼ੀ ਸਿਮਰਨ ਕਰ ਲਈਏ, ਜੇ ਆਪਣੇ ਮਨ ਦੇ ਵਿੱਚ ਹੰਕਾਰ ਹੈ, ਗੁਰਮੁਖ ਪਿਆਰੇ, ਉਹ ਪੜੀ ਬਾਣੀ ਸਫਲ ਨਹੀਂ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਜੀਓ ਅਹੰਕਾਰ ਨਾ ਭਾਵਈ, ਬੇਦ ਕੂਕ ਸਨਾਵ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਆਪਣੀ ਬਾਣੀ ਅੰਦਰ ਕਿ ਸਤਿਗੁਰੂ ਜੀ ਫਰਮਾਉਂਦੇ ਨੇ
ਕਿ ਭਾਈ ਹੰਕਾਰ ਨਾ ਕਰ। ਜਿਨ੍ਹਾਂ ਨੇ ਹੰਕਾਰ ਕੀਤਾ, ਭਾਵੇਂ ਵੱਡੇ ਵੱਡੇ ਦੇਵਤੇ ਹੋਏ ਨੇ, ਉਹਨਾਂ ਨੂੰ ਵੀ ਜਮਾਂ ਦੀਆਂ ਜੂਨਾਂ ਦੇ ਵਿੱਚ ਪੈਣਾ ਪੈ ਗਿਆ ਇੱਕ ਹੰਕਾਰ ਕਰਦੇ ਨਾਲ। ਗੁਰਮੁਖ ਪਿਆਰਿਓ, ਹੰਕਾਰ ਕਿਸ ਨੇ ਕੀਤਾ? ਬ੍ਰਹਮੇ ਨੇ ਵੀ ਹੰਕਾਰ ਕੀਤਾ ਕਿ ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ, ਤੇ ਫਿਰ ਬ੍ਰਹਮੇ ਦਾ ਹੰਕਾਰ ਵੀ ਟੁੱਟ ਗਿਆ। ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ, ਜਿਨ੍ਹਾਂ ਨੇ ਹੰਕਾਰ ਕੀਤਾ, ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਫਿਰ ਮਿੱਟੀ ਦੇ ਵਿੱਚ ਮਿਲਾ ਦਿੱਤਾ। ਗੁਰਮੁਖ ਪਿਆਰਿਓ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੁਲਹੀ ਖਾਂ ਚੜ੍ਹ ਕੇ ਆਇਆ। ਮਨ ਦੇ ਵਿੱਚ ਬਹੁਤਾ ਜ਼ਿਆਦਾ ਹੰਕਾਰ ਹੈ ਕਿ ਮੈਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਾਰ ਦੇਵਾਂਗਾ। ਇਸ ਤਰ੍ਹਾਂ ਦੀਆਂ ਗੱਲਾਂ ਸੋਚਦਾ ਹੈ, ਤੇ ਅੰਤ ਦੇ ਸਮੇਂ ਦੇ ਵਿੱਚ ਆ ਕੇ ਗੁਰਮੁਖ ਪਿਆਰਿਓ ਆਰਿਆਂ ਦੇ ਵਿੱਚ ਆ ਕੇ ਅੱਗ ਦੇ ਵਿੱਚ ਆ ਕੇ ਆਪ ਹੀ ਸੜ ਗਏ। ਤੇ ਸਤਿਗੁਰੂ ਮਹਾਰਾਜ ਜੀ ਨੇ ਉਸ ਸਮੇਂ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਰਾਖੈ ਨਾਰਾਇਣ, ਸੁਲਹੀ ਤੇ ਨਾਰਾਇਣ ਰਾਖ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਜੋ ਵੀ ਗੁਰੂ ਘਰ ਕੇ ਚੜ੍ਹ ਕੇ ਆਇਆ ਹੈ, ਭਾਵੇਂ ਜੋ ਮਰਜੀ ਆਇਆ, ਅੰਤ ਦੇ ਸਮੇਂ ਦੇ ਵਿੱਚ ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਖੂ ਰਲਸੀ। ਜਿਸ ਨੇ ਹੰਕਾਰ ਕੀਤਾ, ਗੁਰੂ ਘਰ ਕੇ ਚੜ੍ਹ ਕੇ ਆਇਆ, ਤੇ ਉਸ ਦਾ ਫਿਰ ਹੰਕਾਰ ਟੁੱਟ ਵੀ ਗਿਆ। ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਨੇ, ਆਪਣਾ ਹੰਕਾਰ ਨੂੰ ਦੂਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਸਰਨੀ ਪੈਣਾ ਕਰ। ਤਾਜੇ ਮਾਨ ਅਰਪੋ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ। ਆਪਣਾ ਮਨ ਤਨ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕਰ ਦੇਣਾ ਕਰ। ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ ਭਾਵ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਆਪਣਾ ਸੀਸ ਉਸ ਨੂੰ ਭੇਟ ਕਰ ਦੇਣਾ। ਤੇ ਜਿੰਨਾ ਵੀ ਹੰਕਾਰ ਹੈ ਕਿ ਸਾਡੀ ਕੋਈ ਸੰਸਾਰ ਦੇ ਵਿੱਚ ਪਦਵੀ ਹੈ, ਉਸ ਨੂੰ ਨਾਸ਼ ਕਰਕੇ ਉਹ ਪਦਵੀ ਤੋਂ ਦੂਰ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਬੇਨਤੀਆਂ ਕਰਨੀਆਂ ਕਰੋ। ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਐ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਭਾਈ ਫਿਰ ਉਸ ਸਮੇਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਕਿ ਸਤਿਗੁਰੂ ਤੁਸੀਂ ਆਪ ਕਿਰਪਾ ਕਰਨੀ ਕਰੋ ਕਿ ਤੁਹਾਡੇ ਨਾਮ ਦੇ ਵਿੱਚ, ਤੁਹਾਡੇ ਸਰੂਪ ਦੇ ਵਿੱਚ ਹੀ ਭੇਦ ਹੋ ਜਾਣਾ ਕਰੀਏ। ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਬੇਨਤੀਆਂ ਕਰਨੀਆਂ ਕਰੀਏ ਕਿ ਸਤਿਗੁਰੂ ਜੀ ਤੁਹਾਡੇ ਕਿੰਨੇ ਗੁਣ ਨੇ, ਅਸੀਂ ਕਥਨ ਨਹੀਂ ਜਾ ਸਕਦੇ। ਆਪ ਜੀ ਦੇ ਗੁਣ ਬਹੁਤੇ ਨੇ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਕਿ ਸਤਿਗੁਰ ਮਾਰੇ ਤੁਹਾਡੇ ਬਹੁਤੇ ਜ਼ਿਆਦਾ ਗੁਣ ਨੇ। ਇਸ ਦਾ ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਈ ਸਾਡਾ ਇਸ ਤਰ੍ਹਾਂ ਹੀ ਸਾਡਾ ਸਮਾਂ, ਸਾਡਾ ਇਸ ਬਹੁਤੇ ਜ਼ਿਆਦਾ ਅਮੋਲਕ ਸਾਹ ਸਾਡਾ ਜ਼ਿੰਦਗੀ ਦੇ ਵਿੱਚ ਆਇਆ, ਇਸ ਤਰ੍ਹਾਂ ਬਿਰਥਾ ਚਲਿਆ ਜਾ ਰਿਹਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਬੇਨਤੀ ਕਰੋ। ਰਘਬੀਰ ਹਿਰਦੇ ਹਮ ਜਾਣਤ ਭੀ, ਪਵ ਭੋਗ ਸਰੋਗ ਬੁਰੇ ਤੇ ਬੁਰੇ। ਪਰ ਪੂਰਬ ਪਾਪਨ ਕੇ ਬਲ ਤੇ, ਮਨ ਮੋਰ ਪਦਾਰਥ ਉਰ ਟੁਰੇ। ਹਮ ਮੂਰਤ ਜੋਰਤ ਨਾ ਰੁਚ ਸੋ, ਮੁਰ ਹੈ ਵਿਖੋ ਮਹਿ ਫੇਰ ਜੁਰੇ। ਬਹੁ ਬਾਰ ਜੋ ਹਾਰ ਹਰੀ ਵਰਦੈ, ਤਬ ਛੋਰ ਕਹੂ ਨਾ ਚਿਤ ਬੁਰੇ। ਹੈ ਸਤਿਗੁਰੂ ਮਹਾਰਾਜ ਜੀ ਕਿ ਅਸੀਂ ਜਾਣ ਕੇ ਵੀ ਜਿਹੜੇ ਵਿਸ਼ੇ ਵਿਕਾਰ ਨੇ ਬਹੁਤੇ ਜ਼ਿਆਦਾ ਮਾੜੇ ਨੇ, ਇਹ ਵਾਹਿਗੁਰੂ ਪਰਮੇਸ਼ਰ ਦਾ ਲਿਵ ਨਹੀਂ ਲੱਗਣ ਦਿੰਦੇ। ਇਹ ਜਨਮ ਮਰਨ ਦੇ ਦੁੱਖ ਦੇ ਵਿੱਚ ਪਾ ਦਿੰਦੇ ਨੇ। ਅਸੀਂ ਹਿਰਦੇ ਦੇ ਵਿੱਚ ਜਾਣ ਕੇ ਵੀ ਤਾਂ ਵੀ ਸਾਡੇ ਇਹਨਾਂ ਦੀ ਕੋਈ ਵਾਸਾ ਨਹੀਂ ਚੱਲਦਾ। ਵਿਸਲੇ ਕਰਮਾਂ ਕਰਕੇ, ਵਿਸਲੇ ਮਾੜੇ ਕਰਮਾਂ ਕਰਕੇ ਸਾਡਾ ਮਨ ਫੇਰ ਦੁਬਾਰਾ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋਈ ਜਾਂਦਾ ਹੈ। ਹਮ ਮੂਰਤ ਜੋਰਤ ਨਾ ਰੁਚ ਸੋ, ਮੁਰ ਹੈ ਵਿਖੋ ਮਹਿ ਫੇਰ ਜੁਰੇ। ਬਹੁ ਬਾਰ ਜੋ ਹਾਰ ਹਰੀ ਵਰਦੈ, ਤਬ ਛੋਰ ਕਹੂ ਨਾ ਚਿੱਤ ਫੁਰੇ। ਕਿ ਸਤਿਗੁਰੂ ਮਹਾਰਾਜ ਜੀ ਤੁਸੀਂ ਆਪ ਹੀ ਕਿਰਪਾ ਕਰੋ, ਸਾਨੂੰ ਇਹ ਸੰਸਾਰ ਰੂਪੀ ਸਮੁੰਦਰ ਤੋਂ, ਵਿਸ਼ੇ ਵਿਕਾਰਾਂ ਰੂਪੀ ਸਮੁੰਦਰ ਤੋਂ ਆਪਣੀ ਕਿਰਪਾ ਰੂਪੀ ਬਾਂਹ ਦੇ ਕੇ, ਆਪਣਾ ਹੱਥ ਦੇ ਕੇ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਕੱਢ ਦੇਵੋ। ਤਾਂ ਹੀ ਸਤਿਗੁਰੂ ਮਹਾਰਾਜ ਅਸੀਂ ਮੁਕਤ ਹੋ ਸਕਦੇ ਹਾਂ। ਸਾਡੀ ਆਪਣੀ ਕੋਈ ਸਮਰੱਥਾ ਨਹੀਂ, ਨਾ ਸਮਰੱਥੰ ਨਾ ਸੇਵਕੰ ਨਾ ਪ੍ਰੀਤ ਪਰਮ ਪਰ ਖੋਤਮੰ। ਕਿ ਸਤਿਗੁਰੂ ਮਹਾਰਾਜ ਜੀ ਤੁਸੀਂ ਆਪ ਹੀ ਕਿਰਪਾ ਕਰਨੀ ਕਰੋ। ਜਦ ਗੁਰਮੁਖ ਪਿਆਰੇ ਆਪਣਾ ਹੰਕਾਰ ਨੂੰ ਨਾਸ਼ ਕਰਕੇ ਬੜੇ ਨਿਮਾਣੇ ਹੋ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਤੇ ਬੇਨਤੀ ਕਰਦੇ ਹਾਂ, ਉਦੋਂ ਸਤਿਗੁਰੂ ਮਹਾਰਾਜ ਆਪਣੇ ਪਿਆਰੇ ਦੀ, ਆਪਣੇ ਸੇਵਕ ਦੀ ਰੱਖਿਆ ਕਰਦੇ ਨੇ। ਜੋ ਸਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ। ਕਿ ਜੋ ਵੀ ਸਤਿਗੁਰੂ ਸਰਨ ਆਉਂਦਾ ਹੈ, ਉਹ ਸਤਿਗੁਰੂ ਮਹਾਰਾਜ ਜੀ ਉਸ ਨੂੰ ਚਰਨੀ ਲਾ ਲੈਂਦੇ ਨੇ।
ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਵਿੱਚ ਬੇਨਤੀਆਂ ਕਰਨੀਆਂ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਸੋ ਕਥਾ ਵਿਚਾਰ ਕਰਦਿਆਂ ਤੋਂ ਸਤਿਗੁਰੂ ਜੀ ਦੀ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਹੋਈਆਂ ਭੁੱਲਾਂ ਬਖਸ਼ਣੀਆਂ ਸਤਿਗੁਰੂ ਮਹਾਰਾਜ ਜੀ ਵਡਿਆਈ ਕਰਨ ਦੀ ਜਾਂਚ ਆ ਜਾਵੇ। ਸੋ ਇਸ ਵੇਲੇ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੋ ਜੀ। ਮੂਰਖ ਬੁੱਧੀ ਹੈ, ਹੋਈਆਂ ਭੁੱਲਾਂ ਬਖਸ਼ਣੀਆਂ ਕਿਰਪਾ ਕਰਨੀ ਸਤਿਗੁਰੂ ਜੀਓ। ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ। ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਰ ਤੁਮ ਪਹਿ ਅਰਦਾਸ, ਪਿੰਡ ਸਭ